ਅੱਜ ਦਾ ਇਹ ਜਿਹੜਾ ਵੀਡੀਓ ਹੈ ਇਹ ਸਪੈਸ਼ਲ ਉਹਨਾਂ ਕੈਂਡੀਡੇਟਸ ਲਈ ਹੈ ਜਿਹੜੇ ਕਿ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਮਲਟੀਪਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ ਆਇਲਸ ਨਹੀਂ ਹੈ, ਉਹ ਕਿਸੇ ਵੀ ਤਰੀਕੇ ਦੀ ਸਟੱਡੀ ਵੀ ਨਹੀਂ ਹੈ, ਮਿਨੀਮਮ 10th ਬਿਲੋ ਕੁਆਲੀਫਾਈਡ ਪਰਸਨਸ ਨੇ ਤੇ ਉਹ ਕੈਨੇਡਾ ਜਾਣਾ ਚਾਹੁੰਦੇ ਨੇ ਮਲਟੀਪਲ ਵੀਜ਼ਾ ਤੇ ਉਹ ਵੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਇਹ ਜਦੋਂ ਇਹ ਪ੍ਰੋਫਾਈਲ ਜਾਂਦੀਆਂ ਕੰਸਲਟੈਂਟ ਦੇ ਅੱਗੇ ਤਾਂ ਉਹ ਕਹਿੰਦੇ ਆ ਤੁਹਾਨੂੰ ਤਾਂ ਹੱਸ ਕੇ ਵੀਜ਼ਾ ਮਿਲ ਜਾਣਾ। ਇੱਥੇ ਤੁਹਾਨੂੰ ਟੀਨਏਜਰਸ ਐਂਡ ਵੈਰੀ ਯੰਗਸਟਰ ਏਜਸ ਦੇ ਵੀਜ਼ਾਸ ਮਿਲੂਗੇ, ਆਫਟਰ ਰਿਜੈਕਸ਼ਨਸ ਵੀਜ਼ਾਸ ਮਿਲਣਗੇ, ਫਰੈਸ਼ ਪਾਸਪੋਰਟ ਤੇ ਮਿਲਣਗੇ ਤੁਹਾਨੂੰ ਵੀਜ਼ੇ ਬਿਨਾਂ ਪਰਸਨ ਕੁਝ ਕਰ ਨਹੀਂ ਰਿਹਾ ਬਟ ਉਹਦਾ ਫਿਰ ਵੀ ਕੈਨੇਡਾ ਦਾ ਵੀਜ਼ਾ ਮਲਟੀਪਲ ਲੱਗਾ ਹੋਇਆ। 1 ਲੱਖ ਦੇ ਬੈਂਕ ਬੈਲੈਂਸ ਦੇ ਨਾਲ ਵੀਜ਼ਾਸ ਹੈਗੇ ਆ ਸਾਡੇ ਕੋਲ। ਹੁਣ ਬੰਦਾ ਪੁੱਛੇ 1 ਲੱਖ ਦੇ ਵਿੱਚ ਤਾਂ ਟਿਕਟ ਵੀ ਨਹੀਂ ਆਉਂਦੀ ਤੇ ਅਸੀਂ ਵੀਜ਼ਾ ਕਿਵੇਂ ਅਪਰੂਵਡ ਕਰਵਾ ਕੇ ਦਿੱਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜੋਤੀ ਵਿਰਦੀ ਪੈਰਾਮਾਊਂਟ ਈ ਸਰਵਿਸਿਜ਼ ਤੋਂ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਅਗੇਨ ਆਈ ਹਾਂ ਜੀ। ਦੇਖੋ, ਜੇਕਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਲਈ ਆਇਲਸ ਮਸਟ ਹੈ, ਬਟ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਵਿਜ਼ਟਰ ਵੀਜ਼ਾ ਦੇ ਲਈ ਆਇਲਸ ਜ਼ਰੂਰੀ ਨਹੀਂ ਹੁੰਦੀ, ਕਿਉਂਕਿ ਵਿਜ਼ਟਰ ਵੀਜ਼ਾ ਦਾ ਮਤਲਬ ਹੁੰਦਾ ਤੁਸੀਂ ਕੁਝ ਟਾਈਮ ਦੇ ਲਈ, ਕੁਝ ਦਿਨਾਂ ਦੇ ਲਈ, ਕੁਝ ਹਫ਼ਤਿਆਂ ਦੇ ਲਈ, ਕੁਝ ਮਹੀਨਿਆਂ ਲਈ ਤੁਸੀਂ ਉਹਨਾਂ ਦੀ ਕੰਟਰੀ ਦੇ ਵਿੱਚ ਘੁੰਮਣਾ ਚਾਹੁੰਦੇ ਆ। ਤਾਂ ਘੁੰਮਣ ਦੇ ਲਈ ਲੈਂਗੁਏਜ ਆਉਣਾ ਜ਼ਰੂਰੀ ਨਹੀਂ ਹੁੰਦੀ ਆ, ਕਿਉਂਕਿ ਉੱਥੇ ਟਰਾਂਸਲੇਟਰਸ ਵੀ ਹੁੰਦੇ ਆ, ਉੱਥੇ ਤੁਹਾਡੇ ਨਾਲ ਦੇ ਹੋਰ ਵੀ ਪੰਜਾਬੀ ਹੋਣਗੇ, ਹੋ ਸਕਦਾ ਜਿਨ੍ਹਾਂ ਦੇ ਥਰੂ ਤੁਸੀਂ ਟ੍ਰਿਪ ਕਰਨਾ ਉਹ ਵੀ ਪੰਜਾਬੀ ਹੋਣ। ਸੋ ਇਸ ਚੀਜ਼ ਨੂੰ ਲੈ ਕੇ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂ, ਸਭ ਤੋਂ ਇੱਕ ਮੇਜਰ ਪੁਆਇੰਟ ਜਿਹੜਾ ਸਾਡੇ ਕੋਲ ਆਉਂਦਾ ਆ, ਬਹੁਤ ਹੀ ਜ਼ਿਆਦਾ ਹੈਰਾਨੀਜਨਕ ਪੁਆਇੰਟ ਹੈ ਜਿਹੜਾ ਕਿ ਅੱਜ ਹੀ ਮਾਰਨਿੰਗ ਡਿਸਕਸ਼ਨ ਹੋਈ ਸੀਗੀ ਲਾਈਕ ਸਮ ਆਫ ਕੈਂਡੀਡੇਟ ਜਿਨ੍ਹਾਂ ਨੇ ਮੇਰੇ ਕੋਲ ਵਿਜ਼ਿਟ ਕੀਤਾ ਸੀ ਕਲਾਇੰਟ ਨੇ, ਤੇ ਉਹਨਾਂ ਦੀ ਏਜ ਫੈਕਟਰ ਵੀ ਇੰਨਾ ਅੱਛਾ ਸੀਗਾ ਬਟ ਉਹਨਾਂ ਨੇ ਕਿਸੇ ਲੋਕਲ ਏਜੰਟ ਤੋਂ ਆਪਣੀ ਪ੍ਰੋਫਾਈਲ ਅਪਲਾਈ ਕੀਤੀ ਔਰ ਉਸ ਏਜੰਟ ਨੇ ਉਹਨਾਂ ਦੀ ਸਟੇ ਹੀ ਨਹੀਂ ਲਗਾਈ ਕਿ ਤੁਸੀਂ ਕੈਨੇਡਾ ਜਾ ਕੇ ਰਹਿਣਾ ਕਿੱਥੇ ਆ, ਤੁਸੀਂ ਕੈਨੇਡਾ ਜਾ ਕੇ ਕਰਨਾ ਕੀ ਆ, ਤੁਸੀਂ ਕੈਨੇਡਾ ਜਾ ਕੇ ਕਿਹੜੀ ਲੋਕੇਸ਼ਨਸ ਵੈਰੀਫਾਈ ਕੀਤੀ ਹੋਈ ਆ। ਤੋ ਇਸ ਚੀਜ਼ ਤੋਂ ਲੈ ਕੇ ਥੋੜ੍ਹਾ ਜਿਹਾ ਮੈਨੂੰ ਵੀ ਹੋਇਆ ਕਿ ਕਿਵੇਂ ਲਾਈਕ ਕੰਸਲਟੈਂਟਸ ਵੀ ਕਰਦੇ ਆ ਕਿ ਸਿਰਫ ਔਰ ਸਿਰਫ ਆਪਣੇ ਫਾਇਦੇ ਦੇ ਲਈ ਉਹ ਜਿਹੜੀ ਹੈਗੀ ਕਲਾਇੰਟ ਨੂੰ ਬਹੁਤ ਗਲਤ ਗਾਈਡੈਂਸ ਕਰ ਦਿੰਦੇ, ਕਿਉਂਕਿ ਕਲਾਇੰਟ ਵੀ ਅੱਜ ਕੱਲ੍ਹ ਦਾ ਜਿਹੜਾ ਉਹ ਇਹ ਸੁਣਨਾ ਜ਼ਿਆਦਾ ਪਸੰਦ ਕਰਦਾ ਕਿ ਇੱਥੇ ਘੱਟ ਖਰਚਾ ਹੁੰਦਾ ਆ, ਬਟ ਉਹ ਘੱਟ ਖਰਚੇ ਦੇ ਵਿੱਚ ਉਹ ਇਹ ਚੀਜ਼ ਕਿਉਂ ਭੁੱਲ ਜਾਂਦਾ ਕਿ ਮੇਰੀ ਫਾਈਲ ਦੇ ਵਿੱਚ ਕਿਹੜਾ ਪੁਆਇੰਟ ਆਫ ਵਿਊ ਜਿਹੜਾ ਹੈਗਾ ਉਹ ਮੈਂ ਛੱਡ ਰਿਹਾ ਵਾਂ ਤੇ ਕੀ ਉਹ ਪੁਆਇੰਟ ਆਫ ਵਿਊ ਇਹਨਾਂ ਨੇ ਮੈਂਸ਼ਨ ਕਰਨਾ ਕਿ ਨਹੀਂ ਕਰਨਾ। ਫਿਰ ਗੱਲ ਆ ਜਾਂਦੀ ਲੈਕ ਆਫ ਨੌਲੇਜ ਦੀ ਕਿ ਅੱਜ ਆਪਾਂ ਨੂੰ ਨੌਲੇਜ ਹੀ ਨਹੀਂ ਹੈਗੀ ਕਿ ਅਸੀਂ ਕਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਰਹੇ ਹਾਂ, ਉਸ ਕੰਟਰੀ ਦਾ ਕੀ ਪ੍ਰੋਸੀਜਰ ਹੈ ਤੇ ਇਮੀਗ੍ਰੇਸ਼ਨ ਨੂੰ ਕੀ ਚਾਹੀਦਾ ਹੈ। ਕਿਉਂਕਿ ਦੇਖੋ, ਇੱਕ ਕੰਸਲਟੈਂਟ ਇਮੀਗ੍ਰੈਂਟ ਆਫਿਸਰ ਨਹੀਂ ਹੈ, ਉਹ ਐਮਬੈਸੀ ਆਫਿਸਰ ਨਹੀਂ ਹੈ, ਚਾਹੇ ਉਹ ਮੈਂ ਵਾਂ ਚਾਹੇ ਉਹ ਅਦਰ ਕੰਸਲਟੈਂਟਸ ਨੇ, ਕੋਈ ਵੀ ਕੰਸਲਟੈਂਟ ਫਰੋਮ ਦਿਸ ਵਰਲਡ ਇਮੀਗ੍ਰੇਸ਼ਨ ਆਫਿਸਰ ਨਹੀਂ ਹੈ। ਜੇਕਰ ਅਸੀਂ ਹੀ ਐਮਬੈਸਡਰ ਦੀ ਫਾਰਮੈਲਿਟੀ ਕਰਨੀ ਆ ਤਾਂ ਅਸੀਂ ਇੰਨੇ ਲੌਂਗ ਪ੍ਰੋਸੀਜਰਸ ਦੇ ਵਿੱਚ ਨਹੀਂ ਜਾਵਾਂਗੇ। ਜੇਕਰ ਅਸੀਂ ਹੀ ਇਮੀਗ੍ਰੇਸ਼ਨ ਆਫਿਸਰਸ ਹਾਂ ਤੇ ਦੈਨ ਵੀ ਵਿਲ ਟੁਕ ਯੂਰ ਪਾਸਪੋਰਟ ਐਂਡ ਗੈਟ ਵੀਜ਼ਾ ਸਟੈਂਪਡ ਓਵਰ ਦੇਅਰ। ਤੋ ਅਸੀਂ ਇਹ ਕੰਮ ਨਹੀਂ ਕਰ ਸਕਦੇ। ਸਾਡਾ ਕੰਮ ਆ ਪ੍ਰੋਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਅਸੈਸਮੈਂਟ ਕਰਕੇ ਉਹਦਾ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਕਲਾਇੰਟ ਨੂੰ ਕਲੀਅਰ ਕਰਨਾ ਕਿ ਹਾਂ ਬਈ ਇੰਨੇ % ਚਾਂਸਿਸ ਹੈਗੇ ਆ ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਆਉਣ ਦੇ। ਬਾਕੀ ਰੇਦਰ ਔਨ 1% ਹਰ ਬੰਦਾ ਡਿਪੈਂਡਡ ਆ ਉਸ ਰੱਬ ਤੇ ਜਿਹਨੇ ਉਹਨੂੰ ਬਣਾਇਆ ਹੈ। ਲਾਈਕ ਇਫ ਆਈ ਐਮ ਵਰਕਿੰਗ ਫਰੋਮ ਦੀ ਲਾਸਟ 10 ਈਅਰਸ, ਜੇ ਮੈਂ 10 ਸਾਲ ਤੋਂ ਇਹ ਕੀਤਾ ਕਰ ਰਹੀ ਹਾਂ, 5 ਸਾਲ ਤੋਂ ਮੈਂ ਆਪਣਾ ਆਫਿਸ ਕਰ ਰਹੀ ਹਾਂ, ਤਾਂ ਇਹਦੇ ਵਿੱਚ ਕੀ ਆ, ਸਾਨੂੰ ਇੱਕ ਤਜਰਬਾ, ਇੱਕ ਐਕਸਪੀਰੀਅੰਸ ਹੈ, ਉਸ ਐਕਸਪੀਰੀਅੰਸ ਦੇ ਰਾਹੀਂ ਅਸੀਂ ਤੁਹਾਡੀ ਪ੍ਰੋਫਾਈਲ ਨੂੰ ਜਿਹੜਾ ਫਾਈਲ ਕਰਨਾ ਆ। ਸੋ ਅੱਜ ਉਹ ਕਲਾਇੰਟ ਦੀ ਏਜ 58 ਹੈ ਔਰ ਹੀ ਇਜ਼ ਰਿਫਿਊਜ਼ਡ ਫਰੋਮ ਕੈਨੇਡਾ ਐਂਡ ਹੀ ਇਜ਼ ਆਲਸੋ ਟਰੈਵਲਡ ਫਰੋਮ UK 2 times। ਤੋ ਇਹ ਪ੍ਰੋਫਾਈਲ ਤੁਹਾਨੂੰ ਆਪ ਨੂੰ ਸੁਣ ਕੇ ਵੀ ਥੋੜ੍ਹਾ ਜਿਹਾ ਸ਼ੌਕ ਲੱਗੇਗਾ ਕਿ ਇੰਨੀ ਅੱਛੀ ਪ੍ਰੋਫਾਈਲ ਤੇ ਉਹਦਾ ਵੀਜ਼ਾ ਕਿਉਂ ਨਹੀਂ ਆਇਆ। ਸੋ ਮੇਜਰ ਪੁਆਇੰਟ ਕੀ ਆ, ਹੁਣ ਦੇਖੋ ਬੰਦਾ ਸੈਲਰੀ ਵੀ ਅੱਛੀ ਉਠਾ ਰਿਹਾ, 58 ਉਹਦੀ ਏਜ ਵੀ ਹੈ, 58 ਏਜ ਦਾ ਮਤਲਬ ਸੀਨੀਅਰ ਸਿਟੀਜ਼ਨਸ਼ਿਪ ਦੇ ਵਿੱਚ ਬੰਦਾ ਆ ਰਿਹਾ। ਇਹ ਜਦੋਂ ਇਹ ਪ੍ਰੋਫਾਈਲਸ ਜਾਂਦੀਆਂ ਕੰਸਲਟੈਂਟ ਦੇ ਅੱਗੇ ਤਾਂ ਉਹ ਕਹਿੰਦੇ ਆ ਤੁਹਾਨੂੰ ਤਾਂ ਹੱਸ ਕੇ ਵੀਜ਼ਾ ਮਿਲ ਜਾਣਾ, ਬਟ ਇੱਦਾਂ ਨਹੀਂ ਹੁੰਦਾ। ਕੋਈ ਵੀ ਐਮਬੈਸੀ ਇੱਦਾਂ ਹੀ ਕਿਸੇ ਪ੍ਰੋਫਾਈਲ ਨੂੰ ਵੀਜ਼ਾ ਦੇ ਦੇ। ਹੁਣ ਕਮੀ ਉਸ ਫਾਈਲ ਦੇ ਵਿੱਚ ਕੀ ਸੀਗੀ ਕਿ ਜਿਹੜੀ ਫਾਈਲ ਦੀ ਪ੍ਰੈਜੈਂਟੇਸ਼ਨ ਹੈ ਉਹ ਅੱਛੇ ਤਰੀਕੇ ਨਾਲ ਨਹੀਂ ਹੋਈ। ਪ੍ਰੈਜੈਂਟੇਸ਼ਨ ਮੀਨਸ ਸਟੈਪ ਟੂ ਸਟੈਪ ਵੀ ਆਰ ਵਰਕਿੰਗ ਵਿਦ ਦੀ ਐਮਬੈਸੀਜ਼। Number 1 step, purpose of visit should be clear. Canada 9.99 ਮਾਈਲ ਸਕੁਅਰ ਫੀਟ ਦੇ ਵਿੱਚ ਫੈਲਿਆ ਹੋਇਆ, ਮੀਨਸ ਯੂ ਆਰ ਲਿਵਿੰਗ ਇਨ ਇੰਡੀਆ, ਤੁਸੀਂ ਇੰਡੀਆ ਦੇ ਵਿੱਚ ਰਹਿ ਰਹੇ ਆ। 160 ਕਰੋੜ ਦੀ ਸਾਡੀ ਆਬਾਦੀ ਹੈਗੀ ਆ। ਇਸ ਆਬਾਦੀ ਵਾਲੀ 3 ਤੋਂ 4 ਕੰਟਰੀਆਂ, 6 ਤੋਂ 7 ਕੰਟਰੀਆਂ ਹੋਰ ਉੱਥੇ ਜਿਹੜੀਆਂ ਆ ਸਕਦੀਆਂ। ਇੰਨਾ ਖੁੱਲ੍ਹਾ ਕੈਨੇਡਾ ਹੱਲੇ ਵੀ ਵੈਕੈਂਟ ਹੈਗਾ ਆ। ਸੋ ਅਸੀਂ ਉਸ ਕੰਟਰੀ ਅਪਲਾਈ ਕਰ ਰਹੇ ਹਾਂ ਜਿਹੜਾ ਕਿ ਬਹੁਤ ਹੀ ਵੱਡੀ ਆ, 2nd ਨੰਬਰ 'ਤੇ ਲਾਰਜੈਸਟ ਕੰਟਰੀ ਆਉਂਦੀ ਆ ਵਰਲਡ ਦੀ। ਸੋ ਅਸੀਂ ਉਸ ਕੰਟਰੀ ਦੇ ਵਿੱਚ ਜਦੋਂ ਅਪਲਾਈ ਕਰ ਰਹੇ ਹਾਂ ਸਾਨੂੰ ਮੇਜਰ ਆਊਟ ਇਹ ਪੁਆਇੰਟਿੰਗ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਕਿਹੜੀ ਸਿਟੀ ਸਿਲੈਕਟ ਕੀਤੀ ਆ। ਹੁਣ ਮੇਜਰ ਆਊਟ ਦੇ ਵਿੱਚ ਜਿਹੜੀ ਲੋਕਾਂ ਦੀ ਪ੍ਰੈਫਰੈਂਸ ਆ, ਮੈਂ ਟੋਰਾਂਟੋ ਹੀ ਜਾਣਾ ਆ,
ਟੋਰਾਂਟੋ ਕਿਉਂ ਜਾਣਾ? ਨਾਇਗਰਾ ਫਾਲਸ ਹੈਗੀਆਂ, CN ਟਾਵਰ ਹੈ, ਓਨਟਾਰੀਓ ਲੇਕ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਉੱਥੇ ਅਟਰੈਕਟਿਵ ਹੈਗੀਆਂ ਆ ਐਂਡ ਇੱਕ ਟੂਰਿਸਟ ਪਲੇਸ ਮੰਨਿਆ ਜਾਂਦਾ ਟੋਰਾਂਟੋ ਸਿਟੀ ਨੂੰ। ਬਟ ਤੁਸੀਂ ਇੱਕ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ, ਤੁਸੀਂ ਉਸ ਚੀਜ਼ ਨੂੰ ਮੈਨੂਪੂਲੇਸ਼ਨ ਆਪਣੀ ਫਾਈਲ ਦੇ ਵਿੱਚ ਕਿਵੇਂ ਦੇਣਾ? ਦੇਖੋ, ਹਾਈ ਕਮਿਸ਼ਨ ਦੀ ਸਾਈਟ 'ਤੇ ਜਾਓ, CIC ਦੀ ਸਾਈਟ 'ਤੇ ਜਾਓ, ਉੱਥੇ ਜਦੋਂ ਤੁਸੀਂ ਆਪਣਾ GCK ਲੌਗਇਨ ਕਰਦੇ ਆ, ਜਦੋਂ ਪ੍ਰੋਫਾਈਲ ਉੱਥੇ ਅੰਡਰ ਦੀ ਪ੍ਰੋਸੈਸ ਆਪਾਂ ਪਾਉਂਦੇ ਆ, ਡਾਕੂਮੈਂਟ ਅਪਲੋਡ ਕਰਦੇ ਆ, ਤਾਂ ਉਹਦੇ ਵਿੱਚ ਜਿਹੜਾ ਇੱਕ ਕ੍ਰਾਈਟੀਰੀਆ ਸ਼ੋ ਕੀਤਾ ਹੋਇਆ ਦਾ ਪਰਪਸ ਆਫ ਵਿਜ਼ਿਟ ਦੇ ਵਿੱਚ, ਉਹਦੇ 'ਚ ਉਹਨੇ ਕਿਹਾ ਯੂ ਰਿਟਰਨ ਟਿਕਟਸ, ਯੂਰ ਪਲੇਸ ਟੂ ਸਟੇ, ਮਤਲਬ ਤੁਸੀਂ ਜਿੱਥੇ ਰਹਿਣ ਜਾਣਾ ਉਹਦੀ ਜਗ੍ਹਾ, ਐਂਡ ਯੂਰ ਪਲੇਸਿਸ ਟੂ ਵਿਜ਼ਿਟ, ਮਤਲਬ ਜਿੱਥੇ ਜਿੱਥੇ ਤੁਸੀਂ ਘੁੰਮਣਾ ਚਾਹੁੰਦੇ ਆ ਉਹਦੀ ਪ੍ਰੋਪਰ ਵੈਰੀਫਿਕੇਸ਼ਨਸ। ਸੋ ਜੇਕਰ ਤੁਸੀਂ ਆਪਣੀ ਫਾਈਲ ਦੇ ਵਿੱਚ ਇਹ ਪ੍ਰੋਪਰ ਚੀਜ਼ਾਂ ਨਹੀਂ ਲਗਾ ਰਹੇ, ਇੱਕ ਚੀਜ਼ ਯਾਦ ਰੱਖੋ, ਤੁਸੀਂ ਫਸਟ ਪੁਆਇੰਟ ਹੀ ਐਮਬੈਸੀ ਦਾ ਕਲੀਅਰ ਨਹੀਂ ਕਰ ਰਹੇ ਹੋ। ਜਦੋਂ ਆਪਾਂ ਫਸਟ ਪੁਆਇੰਟ ਕਲੀਅਰ ਨਹੀਂ ਕਰ ਰਹੇ ਤਾਂ ਸਾਡਾ ਲਾਸਟ ਪੁਆਇੰਟ ਦੇਖੇਗੀ ਇਹ ਕੀ ਤੁੱਕ ਬਣਦਾ ਆ, ਕਿਉਂਕਿ ਐਮਬੈਸਡਰ ਨੂੰ ਇੱਕ ਪੁਆਇੰਟ ਚਾਹੀਦਾ ਟੂ ਰਿਫਿਊਜ਼ ਯੂਰ ਐਪਲੀਕੇਸ਼ਨ। ਜੇ ਤੁਸੀਂ ਉਹੀ ਰਿਫਿਊਜ਼ਲ ਦਾ ਪੁਆਇੰਟ ਉਹਨਾਂ ਨੂੰ ਦੇ ਰਹੇ ਹੋ, ਡੈਫੀਨੇਟਲੀ ਤੁਸੀਂ ਇੱਥੇ ਦੇ ਐਮਬੈਸਡਰ ਆਪ ਵੀ ਕਿਉਂ ਨਹੀਂ ਆ, ਇੱਥੇ ਤੁਸੀਂ ਬਹੁਤ ਵੱਡੇ ਕਿਰਦਾਰ 'ਤੇ ਕਿਉਂ ਨਹੀਂ ਬੈਠੇ ਆ, ਤਾਂ ਵੀ ਤੁਹਾਨੂੰ ਵੀਜ਼ਾ ਅਪਰੂਵਲ ਨਹੀਂ ਮਿਲੇਗਾ। ਸੋ ਇਸ ਚੀਜ਼ ਤੋਂ ਕਲੀਅਰ ਆ, ਜਿਵੇਂ ਕਿ ਅੱਗੇ ਵੀ ਮੇਰੀ ਵੀਡੀਓਜ਼ ਦੇ ਵਿੱਚ, ਔਰ ਸਾਡਾ ਪੇਜ ਹੈ ਪ੍ਰੋਪਰ ਪੈਰਾਮਾਊਂਟ ਈ ਸਰਵਿਸਿਜ਼ ਦੇ ਨਾਮ ਤੋਂ। ਇਸ ਪੇਜ ਨੂੰ ਜਦੋਂ ਤੁਸੀਂ ਪ੍ਰੋਪਰ ਚੈੱਕਆਊਟ ਕਰੋਗੇ, ਇੱਥੇ ਤੁਹਾਨੂੰ ਟੀਨਏਜਰਸ ਐਂਡ ਵੈਰੀ ਯੰਗਸਟਰ ਏਜਸ ਦੇ ਵੀਜ਼ਾਸ ਮਿਲੂਗੇ, ਆਫਟਰ ਰਿਜੈਕਸ਼ਨਸ ਵੀਜ਼ਾਸ ਮਿਲਣਗੇ, ਫਰੈਸ਼ ਪਾਸਪੋਰਟ 'ਤੇ ਮਿਲਣਗੇ ਤੁਹਾਨੂੰ ਵੀਜ਼ੇ। ਬਿਨਾਂ ਪਰਸਨ ਕੁਝ ਕਰ ਨਹੀਂ ਰਿਹਾ ਬਟ ਉਹਦਾ ਫਿਰ ਵੀ ਕੈਨੇਡਾ ਦਾ ਵੀਜ਼ਾ ਮਲਟੀਪਲ ਲੱਗਾ ਹੋਇਆ, ਮਤਲਬ ਇੱਦਾਂ ਦੀ 100 ਪ੍ਰੋਫਾਈਲਸ ਹੈਗੀਆਂ ਸਾਡੇ ਪੇਜਸ 'ਤੇ। 1 ਲੱਖ ਦੇ ਬੈਂਕ ਬੈਲੈਂਸ ਦੇ ਨਾਲ ਵੀਜ਼ਾਸ ਹੈਗੇ ਆ ਸਾਡੇ ਕੋਲ। ਹੁਣ ਬੰਦਾ ਪੁੱਛੇ 1 ਲੱਖ ਦੇ ਵਿੱਚ ਤਾਂ ਟਿਕਟ ਵੀ ਨਹੀਂ ਆਉਂਦੀ ਅਤੇ ਅਸੀਂ ਵੀਜ਼ਾ ਕਿਵੇਂ ਅਪਰੂਵਡ ਕਰਵਾ ਕੇ ਦਿੱਤਾ? ਇਹ ਦੇਖੋ, ਜਿਹੜੀ ਕੰਟਰੀ ਦੇ ਵਿੱਚ ਤਾਂ ਹੋ ਰਹੀ ਹੈ ਇੰਟਰਵਿਊ, ਉੱਥੇ ਤੁਸੀਂ ਆਪ ਆਪਣੀ ਪ੍ਰੈਜੈਂਟੇਸ਼ਨ ਦੇਣੀ ਆ ਅਤੇ ਉਹਦੇ ਲਈ ਅਸੀਂ ਤੁਹਾਨੂੰ ਪ੍ਰਪੇਅਰਡ ਕਰਨਾ। ਬਟ ਜਿਹੜੀ ਕੰਟਰੀ ਦੇ ਵਿੱਚ ਇੰਟਰਵਿਊਜ਼ ਨਹੀਂ ਹੋ ਰਹੇ, ਉੱਥੇ ਟੋਟਲੀ ਤੁਹਾਡੀ ਪ੍ਰੋਫਾਈਲ ਨੇ ਪ੍ਰੈਜੈਂਟੇਸ਼ਨ ਦੇਣੀ ਆ। ਹੁਣ ਉਹ ਪ੍ਰੈਜੈਂਟੇਸ਼ਨ ਨੂੰ ਤੁਹਾਨੂੰ ਇਸ ਤਰੀਕੇ ਨਾਲ ਦੇਣਾ ਆ ਕਿ ਐਮਬੈਸਡਰ ਜਿਹੜਾ ਉਹ ਸਰਟੀਫਾਈਡ ਹੋਣਾ ਚਾਹੀਦਾ ਆਪਣੀ ਪ੍ਰੋਫਾਈਲ ਤੋਂ। ਨੰਬਰ 1 ਪੁਆਇੰਟ ਪਰਪਸ ਆਫ ਵਿਜ਼ਿਟ ਐਂਡ ਜੈਨੂਅਨ ਟਰੈਵਲਰ ਦਿਖਣੇ ਚਾਹੀਦੇ ਆਪਣੀ ਫਾਈਲ ਤੋਂ। ਸੈਕਿੰਡ ਪੁਆਇੰਟ ਆਉਂਦਾ ਜੀ, ਬਹੁਤ ਸਾਰੇ ਕਲਾਇੰਟਸ ਦਾ ਕੁਐਸਚਨ ਹੁੰਦਾ ਜੀ ਫੰਡਸ ਕਿੰਨਾ ਹੋਣਾ ਚਾਹੀਦਾ। ਟੂ ਬੀ ਫਰੈਂਕ, ਐਮਬੈਸੀ ਦੀ ਸਾਈਟ ਉੱਤੇ ਇਹ ਚੀਜ਼ ਕਿਤੇ ਵੀ ਅਵੇਲੇਬਲ ਨਹੀਂ ਹੈ। ਵੀ ਨੀਡ 10 ਲੱਖ ਰੁਪੀਜ਼ ਇਨ ਯੋਰ ਅਕਾਊਂਟ। ਉੱਥੇ ਕਿਤੇ ਵੀ ਨਹੀਂ ਲਿਖਿਆ ਸਾਨੂੰ 10 ਲੱਖ ਦੀ ਸਟੇਟਮੈਂਟ ਚਾਹੀਦੀ ਹੈ, ਸਾਨੂੰ 6 ਲੱਖ ਦਾ ਬੈਂਕ ਬੈਲੈਂਸ ਚਾਹੀਦਾ, ਸਾਨੂੰ ਆਹ ਚਾਹੀਦਾ, ਸਾਨੂੰ ਕਾਰ ਚਾਹੀਦੀ ਹੈ, ਸਾਨੂੰ CA ਰਿਪੋਰਟ ਚਾਹੀਦੀ, ਸਾਨੂੰ ਆਹ ਚਾਹੀਦਾ। ਇਹ ਚੀਜ਼ਾਂ ਨਹੀਂ ਲਿਖੀਆਂ ਉੱਥੇ। ਸਿੰਪਲੀ ਇੱਕ ਕਾਲਮ ਹੈ, ਉਹਦੇ ਵਿੱਚ ਲਿਖਿਆ ਹੋਇਆ ਆ ਤੁਸੀਂ 4 ਮੰਥਸ ਦੀ ਬੈਂਕ ਸਟੇਟਮੈਂਟ ਦੇਣੀ ਆ। ਹੁਣ ਬੰਦਾ ਪੁੱਛੇ ਬੈਂਕ ਸਟੇਟਮੈਂਟ ਆਪਾਂ ਕਿਉਂ ਦੇਣੀ ਆ? 4 ਮਹੀਨੇ ਦੀ ਬੈਂਕ ਸਟੇਟਮੈਂਟ ਦਾ ਮਤਲਬ ਹੈ ਉਹਨੇ ਦੇਖਣਾ ਬੰਦੇ ਦੀ ਆਈ ਚਲਾਈ ਕੀ ਹੋ ਰਹੀ ਆ ਐਂਡ ਉਹ ਕੀ ਕਰਦਾ ਪਿਆ ਇੱਧਰ ਪ੍ਰੈਜ਼ੈਂਟਲੀ, ਉਹ ਇੰਡੀਆ ਦੇ ਵਿੱਚ ਹੀ ਹੈ ਫਰੋਮ ਦੀ ਲਾਸਟ ਇੰਨੇ ਟਾਈਮ ਤੋਂ। ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੋਪਰ ਤਰੀਕੇ ਨਾਲ ਆਪਾਂ ਮੈਨੀਪੂਲੇਸ਼ਨਸ ਕਰੀਦੀਆਂ ਆ, ਠੀਕ ਹੈ। ਰੀਜ਼ਨ ਟੂ ਕਮ ਬੈਕ ਸਟਰੋਂਗ ਹੋਣਾ ਚਾਹੀਦਾ ਤੁਹਾਡਾ। ਤੁਸੀਂ ਆਉਣਾ ਕਿਉਂ ਚਾਹੁੰਦੇ ਆ ਵਾਪਸੀ? ਕੈਨੇਡਾ ਵਰਗੀ ਕੰਟਰੀ ਨੂੰ ਛੱਡ ਕੇ 90% ਲੋਕ ਜਿਹੜੇ ਨਹੀਂ ਆਉਂਦੇ। ਹੁਣ ਇਹੀ ਜੇ ਪ੍ਰੋਫਾਈਲ ਆ, ਆਪਾਂ ਸਿੰਗਾਪੁਰ ਤੋਂ ਫਾਈਲ ਕਰਦੇ, ਕਿਤੋਂ ਵੀ ਫਾਈਲ ਕਰਦੇ, ਉੱਥੋਂ ਆਪਾਂ ਨੂੰ ਵੀਜ਼ਾ ਬਹੁਤ ਈਜ਼ੀਲੀ ਮਿਲਦਾ। ਦ ਰੀਜ਼ਨ ਬਿਕੋਜ਼ ਉਹ ਕੰਟਰੀਆਂ ਦੇ ਵਿੱਚ ਇੱਦਾਂ ਦੀ ਚੀਜ਼ ਨਹੀਂ ਚੱਲਦੀ ਕਿ ਉੱਧਰੋਂ ਪਰਸਨ ਗਿਆ ਅਤੇ ਉਹ ਰਹਿ ਜਾਂਦਾ, ਉਸ ਕੰਟਰੀ ਦਾ ਆਪਣਾ ਰਿਕਾਰਡ ਨਹੀਂ ਹੈ। ਤੋ ਆਪਾਂ ਇੰਡੀਆ ਤੋਂ ਜਾ ਰਹੇ ਹਾਂ, ਇੰਡੀਆ ਤੋਂ ਆਲਮੋਸਟ ਜੇ ਮੰਨ ਲਓ 100 ਵੀਜ਼ਾਸ ਗ੍ਰਾਂਟ ਹੋ ਰਹੇ ਆ, 90% ਪੀਪਲ ਉੱਥੇ ਸਟੇ ਕਰ ਜਾਂਦੇ ਨੇ। ਸਟੇ ਤੋਂ ਬਾਅਦ ਤੁਸੀਂ ਕੀ ਕਰ ਰਹੇ ਆ, ਇਸ ਚੀਜ਼ ਨੂੰ ਕੈਲਕੂਲੇਟ ਕਰਦੇ ਹੋਏ ਤੁਹਾਡੀ ਕੰਟਰੀ ਦਾ ਇੱਕ ਸਕਸੈਸ ਰੇਸ਼ੀਓ ਜਿਹੜਾ ਉਹ ਮੇਨਟੇਨ ਕੀਤਾ ਜਾਂਦਾ ਹੈ। ਔਰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇੱਕ ਮਤਲਬ ਇੱਕ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਔਰ ਬਹੁਤ ਜ਼ਿਆਦਾ ਫੇਸਿੰਗ ਪੁਆਇੰਟ ਹੈਗਾ ਆ, ਉਹ ਇਹ ਹੈ ਜਦੋਂ ਕਲਾਇੰਟ ਆ ਕੇ ਸਾਹਮਣੇ ਬੈਠਦਾ, ਗਰੰਟੀ ਕੀ ਹੈ ਵੀਜ਼ਾ ਦੀ? ਗਰੰਟੀ ਕੀ ਹੈ? ਵਟ ਦ ਮੀਨਿੰਗ ਆਫ ਗਰੰਟੀ? ਅੱਜ ਦਾ ਸਮਾਂ ਉਹ ਚੱਲ ਰਿਹਾ ਜਿਹਦੇ ਵਿੱਚ ਦੇਖੋ, ਮੈਂ ਤੁਹਾਨੂੰ ਕਹਿ ਦੂੰਗੀ ਯੂਰ ਪ੍ਰੋਫਾਈਲ ਇਜ਼ ਐਲੀਜੀਬਲ, 100% ਵੀਜ਼ਾ ਲੱਗੂਗਾ, ਤੁਸੀਂ ਖੁਸ਼ ਹੋ ਕੇ ਆਪਣੀ ਫਾਈਲ ਦੇ ਜਾਣੀ। ਜੇ ਮੈਂ 2 ਕੁ ਕਮੀਆਂ ਕੱਢ ਦੂੰਗੀ, ਥੋੜ੍ਹੀ ਮਾਯੂਸੀ ਜ਼ਰੂਰ ਹੋਊਗੀ, ਬਟ ਜੇ ਆਪਾਂ ਉਹਨਾਂ ਕਮੀਆਂ ਨੂੰ ਮੈਨੂਪੂਲੇਟ ਕਰਕੇ ਜਸਟੀਫਿਕੇਸ਼ਨ ਦੇ ਕੇ ਕੁਝ ਕਰ ਸਕਦੇ ਹਾਂ, ਉਹਦਾ ਤਰੀਕਾ ਦੱਸੂਗੀ, ਤਾਂ ਉਸ ਤਰੀਕੇ ਨਾਲ ਜਦੋਂ ਵੀਜ਼ਾ ਅਪਰੂਵਡ ਹੋ ਕੇ ਆਏਗਾ ਉਹਦੀ ਖੁਸ਼ੀ ਵੱਖਰੀ ਹੈ। ਗਰੰਟੀ ਦਾ ਮਤਲਬ ਹੁੰਦਾ ਤੁਸੀਂ ਐਮਬੈਸਡਰ ਕੋਲ ਆਏ ਹੋ। We are not ambassadors, we are consultants। ਅੱਜ ਕੋਈ ਵੀ ਏਜੰਟ ਹੈ, ਕੋਈ ਵੀ ਕੰਸਲਟੈਂਟ ਹੈ, ਕੋਈ ਵੀ ਵੀਜ਼ਾ ਐਡਵਾਈਜ਼ਰ ਹੈ, ਉਹ ਇਸ ਚੀਜ਼ ਦੀ ਗਰੰਟੀ ਤਾਂ ਲੈ ਹੀ ਨਹੀਂ ਸਕਦਾ। ਵਾਈ? ਬਿਕੋਜ਼ ਜਦੋਂ ਤੁਸੀਂ BFS ਸੈਂਟਰ ਆਪਣੇ ਬਾਇਓਮੈਟ੍ਰਿਕ ਦੇਣ ਜਾਂਦੇ ਆ, ਜਿਹੜਾ ਉੱਥੇ ਨਜ਼ਰਾਂ ਖੋਲ੍ਹ ਕੇ ਇੱਧਰ ਉੱਧਰ ਦੇਖਿਆ ਕਰੋ, ਉਹ BFS ਸੈਂਟਰ ਹੈ, ਆਥੋਰਾਈਜ਼ ਕੋਰੀਅਰ ਪਾਰਟਨਰ ਆਫ ਹਾਈ ਕਮਿਸ਼ਨ ਆਫ ਕੈਨੇਡਾ। ਉਹ ਇਸ ਚੀਜ਼ ਦੀ, ਜਿਹਨੇ ਤੁਹਾਡਾ ਪਾਸਪੋਰਟ ਅੱਗੇ ਟ੍ਰਾਂਸਫਰ ਕਰਨਾ ਹੁੰਦਾ ਸੀ ਪਹਿਲਾਂ, ਫਾਈਲਸ ਜਦੋਂ ਆਫਲਾਈਨ ਜਮ੍ਹਾਂ ਹੁੰਦੀਆਂ ਸੀ, ਉਹਨੇ ਵੀ ਸਪੈਸ਼ਲ ਉੱਥੇ ਲਿਖਿਆ ਹੁੰਦਾ ਸੀ ਵੀ ਡੂ ਨਾਟ ਇਨਵੋਲਵ ਇਨ ਯੋਰ ਵੀਜ਼ਾ ਡਿਸੀਜ਼ਨਸ।
ਜਦ ਕਿ ਉਹ ਕਿਤੇ ਨਾ ਕਿਤੇ ਉਹਨਾਂ ਨਾਲ ਅਟੈਚਡ ਆ। ਤੇ ਅੱਜ ਜਿਹੜਾ ਕੰਸਲਟੈਂਟ ਉਹ ਬੜਾ ਦੂਰ ਹੈ ਐਂਬੈਸਡਰ, ਤੇ ਉਹ ਗਰੰਟੀਆਂ ਚੱਕ ਰਹੇ ਨੇ। ਤੁਸੀਂ ਦੇਖੋ ਇਹ ਜਿਹੜੇ ਕੰਮ ਹੁੰਦੇ ਆ ਅਨਐਜੂਕੇਟਡ ਪਰਸਨਸ ਦੇ, ਗਰੰਟੀ ਆ 100% ਹੈ ਆਫਟਰ ਵੀਜ਼ਾ ਆ ਜਾਂ ਕੁਛ ਇੱਦਾਂ ਦਾ, ਉਹ ਟੋਟਲੀ ਫੇਕ ਐਂਡ ਫਰੋਡ ਥਿੰਗਸ ਨੇ। ਹੁਣ ਮੈਨੂੰ ਇੱਕ ਚੀਜ਼ ਜੈਨੂਅਨਲੀ ਦੱਸਣਾ ਕਿ ਤੁਹਾਡੀ ਪ੍ਰੋਫਾਈਲ 'ਤੇ ਖਰਚਾ ਆ ਰਿਹਾ, ਚਲੋ ਆਪਾਂ ਮਿਨੀਮਮ 1 ਲੱਖ ਹੀ ਮੰਨ ਲੈਂਦੇ ਹਾਂ, ਠੀਕ ਹੈ। ਹੁਣ ਜਿਹਨੇ ਆਫਟਰ ਵੀਜ਼ਾ ਲੈਣਾ ਪੇਮੈਂਟ, ਉਹਦੇ ਕੋਲ ਤਾਂ ਕਲਾਇੰਟ ਹੀ ਬੜੇ ਹੋਣਗੇ ਅਤੇ ਉਹਦੇ ਵੀਜ਼ਾ ਰੇਸ਼ੀਓ ਵੀ ਬਹੁਤ ਜ਼ਿਆਦਾ ਆਉਣਗੇ। ਅਤੇ ਉਹ ਦੇਖੋ ਉਹਦੇ ਵਿੱਚ ਕੀ ਹੈ, ਤੁਸੀਂ ਇੱਕ ਗੇਮ ਆ ਲਗਾ ਲਓ ਕਿ ਬਹੁਤ ਸਾਰੀਆਂ ਚੀਜ਼ਾਂ ਇਨ ਫਰੋਡੈਂਟਲ ਜਾਂਦੀਆਂ ਨੇ, ਬਟ ਜੇ ਕਿਸੇ ਦੀ ਚੀਜ਼ ਉਹ ਕੈਚ ਆਊਟ ਹੋ ਜਾਂਦੀ, ਇਮੀਗ੍ਰੇਸ਼ਨ ਫੜ ਲੈਂਦੀ ਆ, ਤਾਂ ਬਈ ਬੈਨ ਤਾਂ ਤੁਹਾਡਾ ਲੱਗਣਾ, ਕੰਸਲਟੈਂਟ ਦਾ ਥੋੜ੍ਹੀ ਲੱਗਣਾ। ਜੇ ਤੁਹਾਨੂੰ ਇੱਕ ਵਾਰੀ ਇੱਕ ਐਮਬੈਸੀ 10 ਸਾਲਾਂ ਲਈ 50 ਸਾਲਾਂ ਲਈ ਬੈਨ ਕਰ ਦਿੰਦੀ ਆ, ਅਤੇ ਦੂਸਰੀ ਵਾਰੀ ਉਸ ਬੈਨ ਨੂੰ ਟੁੱਟਣ ਦੇ ਵਿੱਚ ਇੰਪੋਸੀਬਿਲਿਟੀ ਆ, ਕਿਉਂਕਿ ਇੱਕ ਵਾਰੀ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਗਲਤ ਪ੍ਰੈਜ਼ੈਂਟ ਹੋ ਚੁੱਕੀ ਆ, ਤਾਂ ਤੁਸੀਂ ਸੈਕਿੰਡ ਟਾਈਮ ਉਹਦੀ ਜਸਟੀਫਿਕੇਸ਼ਨ ਕਿੱਥੋਂ ਦਓਗੇ ਐਮਬੈਸੀ ਨੂੰ। ਤਾਂ ਇਹ ਬਹੁਤ ਹੀ ਇੱਕ ਮਤਲਬ ਪੁਆਇੰਟ ਹੈ, ਪੁਆਇੰਟ ਆਫ ਵਿਊ ਸੋਚਣ ਵਾਲਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕਿਹੜਾ ਬੰਦਾ ਹੈ ਜਿਹੜਾ ਕਲਾਇੰਟਸ 'ਤੇ ਪੈਸੇ ਲਗਾ ਰਿਹਾ। ਨੋਬਡੀ ਵਿਲ ਇਨਵੈਸਟ ਐਨੀਥਿੰਗ ਔਨ ਯੂ ਵਿਦਾਊਟ ਹੈਵਿੰਗ ਐਨੀ ਕਾਈਂਡ ਆਫ ਰਿਲੇਸ਼ਨਸ਼ਿਪ। ਅੱਜ ਕੱਲ੍ਹ ਤਾਂ ਆਪਣੇ ਸਗੇ ਬ੍ਰਦਰ ਤੋਂ ਵੀ ਅਗਰ ਆਪਾਂ ਪੈਸੇ ਉਧਾਰ ਲੈਣੇ ਹੋਣ, ਸਭ ਤੋਂ ਪਹਿਲਾਂ ਕੁਐਸਚਨ ਹੁੰਦਾ ਕਿਉਂ ਚਾਹੀਦੇ ਆ ਅਤੇ ਵਾਪਸੀ ਕਿਉਂ ਦੇਂਗਾ, ਕਦੋਂ ਕੁ ਦੇਂਗਾ। ਸੋ ਕੰਸਲਟੈਂਟ ਇਜ਼ ਨਾਟ ਆਰ ਰਿਲੇਟਿਵ, ਸੋ ਉਹ ਕਿੱਦਾਂ ਪੁੱਟ ਆਊਟ ਕਰਦੇ ਪਏ ਆ। ਸੋ ਡੈਫੀਨੇਟਲੀ ਆ ਸਭ ਤੋਂ ਪਹਿਲਾਂ ਪੈਸਿਆਂ ਦੀ ਗੱਲ ਵੀ ਨਹੀਂ, ਸਭ ਤੋਂ ਪਹਿਲਾਂ ਇੱਕ ਟਰਾਂਸਪੇਰੈਂਟ ਪ੍ਰੋਸੈਸ ਦੀ ਗੱਲ ਆਉਂਦੀ ਆ ਕਿ ਉਹ ਹਾਈ ਕਮਿਸ਼ਨ ਦੇ ਰੂਲਸ ਦੇ ਹਿਸਾਬ ਨਾਲ ਤੁਰ ਰਹੇ ਨੇ। ਜੇ ਹਾਈ ਕਮਿਸ਼ਨ ਦੇ ਰੂਲਸ ਦੇ ਹਿਸਾਬ ਨਾਲ ਤੁਰ ਰਹੇ ਆ ਤਾਂ ਹੀ ਉਹਨਾਂ ਤੋਂ ਐਪਲੀਕੇਸ਼ਨ ਪ੍ਰੋਸੀਡ ਕਰੀਏ। ਜੇ ਉਹ ਹਾਈ ਕਮਿਸ਼ਨ ਦੇ ਰੂਲਸ ਦੇ ਹਿਸਾਬ ਨਾਲ ਨਹੀਂ ਤੁਰ ਰਹੇ ਤੇ ਆਪਣਾ ਪੈਸਾ, ਆਪਣਾ ਸਮਾਂ, ਆਪਣਾ ਕਰੀਅਰ ਵੇਸਟ ਨਾ ਕਰੋ। ਥੋੜ੍ਹੇ ਐਜੂਕੇਟਿਡ ਬਣੋ। ਸਭ ਤੋਂ ਪਹਿਲਾਂ ਉਸ ਕੰਸਲਟੈਂਟਸ ਕੋਲ ਜ਼ਰੂਰ ਜਾ ਕੇ ਆਪਣੀ ਪ੍ਰੋਫਾਈਲ ਅਸੈਸ ਕਰਾ ਕੇ ਇੱਕ ਨੌਲੇਜ ਲਓ ਕਿ ਉਸ ਨੌਲੇਜ ਰਾਹੀਂ ਤੁਸੀਂ ਕਰ ਕੀ ਸਕਦੇ ਆ। ਫਿਰ ਆਪਣੀ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰੋ, ਬਿਕੋਜ਼ ਪੈਸਾ ਮਿਹਨਤ ਨਾਲ ਕਮਾਇਆ ਜਾਂਦਾ ਆ, ਕਿਸੇ ਦੇ ਘਰ 'ਚ ਲੱਗਾ ਨਹੀਂ ਆ, ਬੂਟਾ ਨਹੀਂ ਲੱਗਾ ਪੈਸਿਆਂ ਦਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੰਸਲਟ ਕਰਦੇ ਆ ਨਾ, ਫੁੱਲੀ ਐਜੂਕੇਸ਼ਨ ਦੇ ਨਾਲ ਕਰੋ ਕਿ ਉਹ ਜਿਹੜੀ ਗੱਲਾਂ ਕਹਿ ਰਹੇ ਆ ਉਹ ਸੱਚ ਵੀ ਆ। ਜੇ ਮੈਂ ਤੁਹਾਨੂੰ ਕਹਿ ਰਹੀ ਕਿ ਮੇਰੇ ਯੰਗਸਟਰਸ ਦੇ ਵੀਜ਼ੇ ਆਏ ਆ, ਗੋ ਔਨ ਆਰ ਪੇਜ, ਸੀ ਦ ਰਿਜ਼ਲਟਸ। ਐਂਡ ਜੇ ਮੈਂ ਕਹਿ ਰਹੀ ਹਾਂ 1 ਲੱਖ ਦੇ ਬੈਂਕ ਬੈਲੈਂਸ ਨਾਲ ਵੀਜ਼ਾ ਆਇਆ, ਗੋ ਔਨ ਆਰ ਪੇਜ, ਬੰਦਾ ਬੋਲ ਰਿਹਾ ਮੂੰਹੋਂ ਮੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਹੈਗੇ ਸੀਗੇ। ਤਾਂ ਇਹ ਸਭ ਚੀਜ਼ਾਂ ਪ੍ਰੈਕਟੀਕਲ ਹੀ ਹੁੰਦੀਆਂ ਨੇ। ਪ੍ਰੈਕਟੀਕਲ ਨੌਲੇਜ ਦੇ ਨਾਲ ਜਦੋਂ ਆਪਾਂ ਪ੍ਰੋਸੀਡਿੰਗ ਕਰਦੇ ਹਾਂ ਤਾਂ ਡੈਫੀਨੇਟਲੀ ਸਾਨੂੰ ਅੱਛੇ ਰਿਜ਼ਲਟਸ ਮਿਲਦੇ ਆ। ਔਰ ਰਿਫਿਊਜ਼ਲ ਕੋਈ ਬਹੁਤ ਵੱਡੀ ਗੱਲ ਨਹੀਂ ਆ ਕਿ ਰਿਫਿਊਜ਼ਲ ਆ ਗਈ ਤੇ ਅਸੀਂ ਲਾ ਨਹੀਂ ਸਕਦੇ। ਬਹੁਤ ਵੱਡੀ ਗੱਲ ਉਦੋਂ ਹੁੰਦੀ ਜਦੋਂ ਤੁਸੀਂ ਇਕੱਲੇ ਪਾਸਪੋਰਟ ਰਾਹੀਂ ਤੇ ਆਫਟਰ ਵੀਜ਼ਾ ਕੰਸਲਟੈਂਟਸ ਕੋ ਅਪਲਾਈ ਕਰਦੇ ਆ, ਬਿਕੋਜ਼ ਉਹਦੇ ਵਿੱਚ ਤੁਹਾਡੇ ਫੇਕ ਡਾਕੂਮੈਂਟੇਸ਼ਨਸ ਬਹੁਤ ਗਏ ਹੁੰਦੇ ਆ। ਤੋ ਆਪਾਂ ਕੇਪਸ ਨੋਟ ਵੀ ਕਢਾ ਲਾਂਗੇ, ਕੋਈ ਵੀ ਐਪਲੀਕੇਸ਼ਨ ਪ੍ਰੋਸੀਡਿੰਗ ਕਢਾ ਲਾਂਗੇ, ਬਟ ਉਹਦੇ ਨਾਲ ਵੀ ਕੋਈ ਹੈਲਪ ਆਊਟ ਨਹੀਂ ਹੁੰਦਾ। ਸੋ ਜੈਨੂਅਨ ਗਾਈਡੈਂਸ ਨਾਲ, ਜੈਨੂਅਨ ਆਪਣੇ ਓਰੀਜਨਲ ਡਾਕੂਮੈਂਟੇਸ਼ਨ ਨਾਲ ਐਮਬੈਸੀ ਦੇ ਕੋਲ ਜਾਓ, ਆਲਮੋਸਟ ਪੋਜ਼ਿਟਿਵ ਰਿਪਲਾਈਜ਼ ਮਿਲਦੇ ਆ। ਸੋ ਜੇ ਇਨਫੋਰਮੇਸ਼ਨ ਅੱਛੀ ਲੱਗਦੀ ਆ ਤਾਂ ਇੱਕ ਵਾਰੀ ਮੇਰੇ ਪੇਜ ਨੂੰ ਜ਼ਰੂਰ ਲਾਈਕ ਐਂਡ ਸ਼ੇਅਰ ਕਰ ਦੇਣਾ। ਐਂਡ ਪਲੱਸ ਤੁਸੀਂ ਸਪੈਸ਼ਲੀ ਆ ਕੇ ਮੇਰੇ ਨਾਲ ਮੀਟ ਕਰਨਾ ਚਾਹੁੰਦੇ ਆ ਤਾਂ ਟੈਲੀਫੋਨਿਕਲੀ ਇੰਟਰਵਿਊ, ਆਪਣੀ ਅਪਾਇੰਟਮੈਂਟ ਜਿਹੜੀ ਹੈਗੀ ਉਹ ਬੁੱਕ ਕਰਾ ਸਕਦੇ ਆ ਮੇਰੇ ਨਾਲ। ਬਾਕੀ ਮੇਰੇ ਹੈਲਪਲਾਈਨ ਨੰਬਰ ਜੋ ਸਕਰੀਨ 'ਤੇ ਚੱਲ ਰਿਹਾ ਉੱਤੇ ਵੀ ਕਾਲ ਕਰਕੇ ਜ਼ਰੂਰ ਅਪਾਇੰਟਮੈਂਟਸ ਲੈ ਸਕਦੇ ਆ। ਥੈਂਕ ਯੂ ਸੋ ਮਚ।